श्री नानक पद पंकज बंधन, पंकज बंधन सिमरो अंगद दोख निकंदन। अमरदास गुर हृदय ते आवो, हृदय ते आवो। श्री गुरु रामदास गुण गावो। श्री अर्जन विघ्नन के नाशक, विघ्नन के नाशक। हर गोबिंद शुभ सुमत प्रकाशक। श्री हर राय नमो कर जोरी, नमो कर जोरी। गुर हर कृष्ण मनाए बहोरी। तेग बहादुर परम कृपाला जी, परम कृपाला। श्री गुरु गोबिंद सिंह बेसाला। तरो तरा पर पुन पुन सीसा जी, पुन पुन सीसा। बंदो बार बार जगदीशा। दोहरा एक ओंकारा सतगुरु, तेह प्रसाद सच होए। वाहेगुरु जी की फतेह, विघ्न विनाशन सोए। वाहेगुरु जी की फतेह, विघ्न विनाशन सोए। गुरु महाराज जी की पावन ते निੱਘੀ गोद का आनंद मान रही गुरु प्यारी साध संगत जीओ। जिस तरह के गुरु महाराज ने बख्शिश की है, किरपा की है साडे ते कि साडी झोली दे विच गुर इतिहास नूं श्रवण करन दा ये उपराला बख्शिया है। ते इस उपराले दे तहत पिछले दिनों के दौरान आपां पहला ते दूसरे अध्याय दे विच श्रवण किया सी। इन्हां अध्यायां दे विच आपां नूं ये पढ़न नूं मिलदा है कि धन धन श्री गुरु नानक देव महाराज जी तो बाद श्री गुरु अंगद देव जी गुरियाई ते बैठते हैं, गुरगद्दी ते बैठते हैं। ते जदों ना गुरु नानक महाराज जी का उन्होंने हुक्म हुंदा है कि तुसीं हुण करतारपुर साहिब की धरती नूं छड्ड के खडूर साहब की धरती ते चले जाओ। ते जदों महाराज खडूर साहब की धरती ते आउंदे हन तां कई दिन गुरु महाराज इकल्लियां अपने आप में एकांतवास करके रब की गुरु की बंदगी विच लीन रहंदे हन। ते जदों विद बंदी है गुरु संगत विच आउंदे हन तां उन्हां दे चिंतन दे विच दिमाग दे विच एक गल हमेशा रहिंदी है कि कोई गुरु का प्यारा जिहा मिले जिन्हें धन धन श्री गुरु नानक देव महाराज जी की संगत नूं माणिया होवे ते उन्हां दी संगत नूं माणिया होवे ते असीं भी उन्हां कोलों गुरु दीयां साखियां गुर इतिहास नूं श्रवण कर सकीए। ते उस तो बाद दूसरे अध्याय दे विच जिक्र हुंदा है कि इधर श्री गुरु अंगद देव जी ये सोच रहे हैं कि सानू कोई अजिहा गुरु का प्यारा मिले जिहड़ा गुरु दीयां साखियां सुनावे, गुरु के जीवन बारे दसे। तो दूसरे पासे रायपुरे की तलवंडी विच मौजूदा नाम श्री ननकाना साहब की धरती ते
ਭਾਈ ਬਾਲਾ ਜੀ ਦੇ ਮਨ ਵਿੱਚ ਵੀ ਇਹ ਵਿਚਾਰ ਆ ਰਿਹਾ ਹੈ ਕਿ ਹੁਣ ਇਸ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਕਿਹੜਾ ਗੁਰੂ ਦਾ ਸਿੱਖ ਜਾਂ ਗੁਰੂ ਪੁੱਤਰ ਗੁਰਿਆਈ ਤੇ ਸ਼ੋਭ ਰਿਹਾ ਹੈ। ਤੇ ਉਹਨਾਂ ਦੇ ਦਿਲ ਵਿੱਚ ਇਹ ਵਿਚਾਰ ਚੱਲ ਹੀ ਰਿਹਾ ਸੀ ਤੇ ਉਹਨਾਂ ਨੇ ਪਿੰਡ ਦੀ ਸੱਥ ਦੇ ਵਿੱਚ ਗੱਲ ਰੱਖੀ ਤਾਂ ਕਿਸੇ ਸਿੱਖ ਨੇ ਗੁਰੂ ਦੇ ਪਿਆਰੇ ਨੇ ਦੱਸਿਆ ਕਿ ਹੁਣ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਗ੍ਹਾ ਭਾਈ ਲਹਿਣਾ ਜੀ, ਜੋ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਮ ਕਰਕੇ ਜਾਣੇ ਜਾ ਰਹੇ ਹਨ, ਉਹ ਗੁਰੂ ਦਰਬਾਰ ਦੇ ਵਿੱਚ ਐਸੇ ਗੁਰੂ ਦੀ ਤਰ੍ਹਾਂ ਸੰਗਤਾਂ ਨੂੰ ਗੁਰੂ ਦੀ ਸਿੱਖਿਆ ਦੇ ਨਾਲ ਜੋੜ ਰਹੇ ਹਨ। ਜਦੋਂ ਇਹ ਗੱਲ ਭਾਈ ਬਾਲਾ ਜੀ ਨੇ ਸੁਣੀ ਤਾਂ ਉਹਨਾਂ ਦੇ ਦਿਲ ਵਿੱਚ ਗੁਰੂ ਦਰਸ਼ਨ ਦੇ ਲਈ ਕਾਮਨਾ ਪੈਦਾ ਹੋਈ ਤੇ ਉਹਨਾਂ ਨੇ ਬਿਨਾਂ ਕੋਈ ਦੇਰ ਕੀਤਿਆਂ, ਬਿਨਾਂ ਕੋਈ ਲੇਟ ਕੀਤਿਆਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਖਡੂਰ ਸਾਹਿਬ ਦੀ ਧਰਤੀ ਵੱਲ ਆ ਗਏ। ਤੇ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਆਏ ਤਾਂ ਗੁਰੂ ਅੰਗਦ ਮਹਾਰਾਜ ਜੀ ਨੂੰ ਪਤਾ ਚੱਲਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਾਰੀ ਉਮਰ ਰਹਿਣ ਵਾਲੇ ਭਾਈ ਬਾਲਾ ਜੀ ਆਏ ਹਨ। ਤਾਂ ਉਹਨਾਂ ਨੇ ਬੜਾ ਹੀ ਸਤਿਕਾਰ ਕੀਤਾ, ਜੀ ਆਇਆ ਆਖਿਆ ਮਹਾਰਾਜ ਭਾਈ ਬਾਲਾ ਜੀ ਨੂੰ। ਤੇ ਭਾਈ ਬਾਲਾ ਜੀ ਕੋ ਬਹਿ ਕੇ ਗੁਰੂ ਦੀਆਂ ਸਾਖੀਆਂ ਸੁਣਨੀਆਂ ਸ਼ੁਰੂ ਕੀਤੀਆਂ ਤੇ ਪਤਾ ਹੀ ਨਹੀਂ ਚੱਲਿਆ ਕਦੋਂ ਦਿਨ ਲੰਘ ਗਿਆ, ਕਦੋਂ ਰਾਤ ਲੰਘ ਗਈ। ਤੇ ਫਿਰ ਭਾਈ ਬਾਲਾ ਜੀ ਨੇ ਕਿਹਾ ਕਿ ਮੈਨੂੰ ਤਾਂ ਉਹਦਾ ਜੀਵਨ ਸਾਰਾ ਪਤਾ ਹੈ ਗੁਰੂ ਮਹਾਰਾਜ ਦਾ, ਪਰ ਜਦੋਂ ਗੁਰੂ ਮਹਾਰਾਜ ਛੋਟੇ ਸਨ, ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਮੇਰੀ ਉਮਰ ਸਿਰਫ 3 ਸਾਲ ਦੀ ਸੀ ਤੇ 3 ਸਾਲ ਦੀ ਉਮਰ ਕਰਕੇ ਮੈਂ ਉਹਨਾਂ ਦੇ ਜਨਮ ਬਾਰੇ ਕੁਝ ਨਹੀਂ ਜਾਣਦਾ। ਤੇ ਇਹਨਾਂ ਦੇ ਜਨਮ ਬਾਰੇ ਜੇ ਕੁਝ ਜਾਣਕਾਰੀ ਹੈ ਤਾਂ ਉਹਨਾਂ ਦੀ ਜਨਮ ਪੱਤਰੀ ਵਿੱਚ ਪਈ ਹੋਈ ਹੈ, ਜਿਹੜੀ ਜਨਮ ਪੱਤਰੀ ਹੁਣ ਉਹਨਾਂ ਦੇ ਚਾਚਾ ਜੀ ਦੇ ਘਰ ਭਾਈ ਲਾਲੂ ਜੀ ਦੇ ਘਰ ਪਈ ਹੋਈ ਹੈ। ਤੇ ਗੁਰੂ ਨਾਨਕ ਮਹਾਰਾਜ ਜੀ ਭਾਈ ਬਾਲਾ ਜੀ ਦੀ ਜ਼ਿੰਮੇਵਾਰੀ ਲਾਉਂਦੇ ਹਨ ਗੁਰੂ ਨਾਨਕ ਮਹਾਰਾਜ ਦੀ ਜਨਮ ਪੱਤਰੀ ਲਿਆਉਣ ਦੀ। ਤੇ ਭਾਈ ਬਾਲਾ ਜੀ ਰਾਏ ਭੋਏ ਦੀ ਤਲਵੰਡੀ ਜਾਂਦੇ ਹਨ। 5 ਦਿਨਾਂ ਬਾਅਦ ਉਹ ਜਨਮ ਪੱਤਰੀ ਪ੍ਰਾਪਤ ਹੁੰਦੀ ਹੈ ਤੇ ਜਨਮ ਪੱਤਰੀ ਪ੍ਰਾਪਤ ਕਰਕੇ ਵਾਪਸ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਆ ਜਾਂਦੇ ਹਨ। ਇੱਥੋਂ ਤੱਕ ਦਾ ਆਪਾਂ ਗੁਰੂ ਇਤਿਹਾਸ ਸ਼ਰਵਣ ਕੀਤਾ ਸੀ। ਅਗਲਾ ਗੁਰੂ ਇਤਿਹਾਸ ਸ਼ਰਵਣ ਤੋਂ ਕਰਨ ਤੋਂ ਪਹਿਲਾਂ ਆਓ ਗੁਰੂ ਮਹਾਰਾਜ ਦੀ ਫਤਿਹ ਨਾਲ ਸਾਂਝ ਪਾਈਏ। ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੀਸਰੇ ਅਧਿਆਏ ਵਿੱਚ ਗੁਰੂ ਮਹਾਰਾਜ ਜੀ ਦੇ ਜੀਵਨ ਬਾਰੇ ਚਰਚਾ ਕਰਦਿਆਂ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਗੁਰੂ ਨਾਨਕ ਮਹਾਰਾਜ ਜੀ ਦਾ ਜਨਮ ਕਿਉਂ ਹੋਇਆ ਧਰਤੀ ਤੇ, ਕੀ ਲੋੜ ਪੈ ਗਈ ਸੀ ਅਜਿਹੀ ਜਨਮ ਦੀ, ਕਿਉਂਕਿ ਕਲਯੁੱਗ ਦਾ ਸਮਾਂ ਹੈ, ਭਿਆਨਕ ਸਮਾਂ ਸੀ। ਉਸ ਸਮੇਂ ਸਾਰੇ ਪਾਸੇ ਹਾਹਾਕਾਰ ਮਚੀ ਸੀ, ਕੋਈ ਕਿਸੇ ਦੀ ਸੁਣਦਾ ਨਹੀਂ ਸੀ। ਧਾਰਮਿਕ ਤੌਰ ਤੇ ਜਿਹੜੀ ਅਧੋਗਤੀ ਹੋ ਚੁੱਕੀ ਸੀ, ਧਰਮ ਪਤਨ ਦੇ ਰਾਹ ਤੇ ਤੁਰ ਪਿਆ ਸੀ, ਸਮਾਜ ਦੇ ਵਿੱਚ ਬੁਰਾਈਆਂ ਛਾ ਚੁੱਕੀਆਂ ਸਨ, ਕੋਈ ਕਿਸੇ ਨਾਲ ਕੋਈ ਪਿਆਰ ਦੀ ਭਾਵਨਾ, ਗੁਰੂ ਦੇ ਪਿਆਰ ਵਾਲੀ, ਰੱਬ ਦੇ ਨਾਮ ਵਾਲੀ ਕੋਈ ਗੱਲ ਨਹੀਂ ਸੀ ਹੈਗੀ। ਤੇ ਇਸ ਕਰਕੇ ਪ੍ਰਮਾਤਮਾ ਨੇ ਇਸ ਧਰਤੀ ਤੇ ਗੁਰੂ ਨਾਨਕ ਮਹਾਰਾਜ ਨੂੰ ਭੇਜਿਆ। ਅਧਿਆਇ ਤੀਸਰੇ ਦੇ ਵਿੱਚ ਜਿਹੜਾ ਕਬਿਤ ਸਵਈਆ ਆਪਾਂ ਪੜ੍ਹਨ ਜਾ ਰਹੇ ਹਾਂ, ਇਹ ਕਬਿਤ ਸਵਈਏ ਦੇ ਅੰਦਰ ਗੁਰੂ ਮਹਾਰਾਜ ਦੀ ਵਡਿਆਈ ਨੂੰ ਵਰਣਨ ਕੀਤਾ ਗਿਆ ਹੈ। ਕਬਿਤ ਕੋ ਕਬ ਉਪਮਾ ਸੁਦੇਤ ਭਾਰ ਜਾਤ ਪਗ, ਕੋ ਕਹੇ ਗੁਰੂ ਪਗ ਕਮਲ ਅਮਲ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਸ ਦੁਨੀਆ ਦੇ ਵਿੱਚ ਜਦੋਂ ਕੋਈ ਗੁਰੂ ਦੀ ਤਾਰੀਫ ਕਰਦਾ ਹੈ, ਗੁਰੂ ਦੀ ਉਸਤਤ ਕਰਦਾ ਹੈ, ਤਾਂ ਲੋਕ ਆਮ ਹੀ ਇਹ ਗੱਲ ਕਰਦੇ ਹਨ ਕਿ ਗੁਰੂ ਦੀ ਤੁਲਨਾ, ਗੁਰੂ ਦੇ ਚਰਨਾਂ ਦੀ ਤੁਲਨਾ ਜਾਂ ਤਾਂ ਪਾਰਜਾਤ ਨਾਲ ਕਰ ਦਿੰਦੇ ਹਨ ਤੇ ਜਾਂ ਫਿਰ ਕਮਲ ਦੇ ਫੁੱਲ ਨਾਲ ਕਰ ਦਿੰਦੇ ਹਨ। ਪਾਰਜਾਤ ਜਿਹੜਾ ਰੁੱਖ ਹੈ ਸਵਰਗ ਦਾ ਰੁੱਖ ਮੰਨਿਆ ਗਿਆ, ਬਿਰਖ ਮੰਨਿਆ ਗਿਆ ਹੈ। ਕਹਿੰਦੇ ਜਿਹੜਾ ਪਾਰਜਾਤ ਰੁੱਖ ਹੈ ਨਾ, ਸਵਰਗ ਦੇ ਵਿੱਚ ਲੱਗਾ ਹੋਇਆ ਤੇ ਬੰਦੇ ਦੀਆਂ ਹਰੇਕ ਪ੍ਰਕਾਰ ਦੀ ਇੱਛਾ ਨੂੰ ਪੂਰਾ ਕਰ ਸਕਦਾ ਹੈ। ਦੂਸਰਾ ਹੈ ਕਮਲ ਦਾ ਫੁੱਲ। ਕਮਲ ਦੇ ਫੁੱਲ ਦੀ ਇਹ ਵਿਸ਼ੇਸ਼ਤਾ ਹੈ ਕਿ ਗੰਦੇ ਪਾਣੀ ਵਿੱਚ ਹੁੰਦਾ ਹੈ, ਛੱਪੜ ਦੇ ਪਾਣੀ ਵਿੱਚ ਹੁੰਦਾ ਹੈ, ਪਰ ਕਦੀ ਵੀ ਇਹਦੀਆਂ ਪੰਖੜੀਆਂ ਉਸ ਪਾਣੀ ਦੇ ਨਾਲ ਲਿਪਤ ਨਹੀਂ ਹੁੰਦੀਆਂ। ਹਮੇਸ਼ਾ ਇੱਕ ਲੰਬੀ ਡੰਡੀ ਹੋਏਗੀ ਤੇ ਉਸ ਡੰਡੀ ਦੇ ਉੱਪਰ ਕਮਲ ਦੇ ਫੁੱਲ ਦੀਆਂ ਪੱਤੀਆਂ ਖਿੜੀਆਂ ਹੋਣਗੀਆਂ, ਭਾਵ ਕਿ ਨਿਰਮਲ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਕਿ ਕੋਈ ਤਾਂ ਬੰਦਾ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੀ ਤੁਲਨਾ ਪਾਰਜਾਤ ਦੇ ਨਾਲ ਕਰਦਾ ਹੈ ਕਿ ਪਾਰਜਾਤ ਦੇ ਬਿਰਖ ਦੀ ਤਰ੍ਹਾਂ ਹਨ।
कोई कहे गुरु पग कमल अमल है, ते कोई बंदा गुरु महाराज के चरणों की तुलना कमल के फुल नाल करदा कि जिस तरह कमल का फुल निर्मल हुंदा है, इस तरह गुरु के चरण निर्मल हैं। जो पार जात ना चितन गत दान नाही, अमल कमल रैन विखे मुख मिल है। दुनिया आम दुनिया तो गुरु महाराज के चरणों की तुलना पार जात ते कमल के फुल नाल करती है, पर भाई संतोख सिंह जी की दृष्टि इस तो भी अगे जाती है। वो कहते कि पार जात का जिहड़ा बिरख है वो ठीक है, मन दीयां इच्छावां नूं पूरियां करता है, पर कोई ये दस सकता है कि पार जात का रुख प्राप्त होने दे नाल उहदे विच चेतना साडे च चेतना पैदा कर दवे, जां फिर गतदान कि सानू मुक्त कर दवे। कहते पार जात रुख विच दोनों गुण नहीं हैगे, ना तो चेतना हैगी है ते ना ही पार जात का रुख सानू मुक्त कर सकता है, पर ये दोनों गुण गुरु नानक महाराज विच हैगे हन। जिहड़ा गुरु नानक महाराज के चरणों ते नमस्कार करता है, उन्हां दा सिमरन करता है, कहते वो बंदा चेतन हो जाता है, चेतनता उहदे विच आ जाती है। चेतनता का मतलब कि उहदे अंदर ये गल घर घर जाती है कि परमात्मा का नाम जपना है, परमात्मा के नाम नाल जुड़ना है। जिया क्यों होंदा है? क्योंकि गुरु आप चेतन है। गतदान ते गुरु दे करके बंदे नूं मोक्ष की प्राप्ति होंदी है, मुक्ति की प्राप्ति होंदी है। कहते कि ये दोनों चीज़ां ना तो पार जात विच चेतनता है ते ना ही पार जात दे विच मुक्ति देने का गुण है। तो फिर पार जात दे हो गया अवगुण हो गया कि दोनों चीज़ां नहीं हैगियां। दूसरे पासे कमल का फुल है, अमल कमल रैन विखे मुख मिल है, कि कमल का फुल अमल है, मतलब मैल तो रह ते गल मन्नी जाएगी, कहते ये कोई दो राय नहीं। पर कहते जो रात का समा आएगा, कमल का जोड़ा फुल है ना खिड़िया होया, वो अपनिया कमलियां जिहड़ियां उहदियां पत्तियां हैं उन्होंने संकोच लेगा, भाव वो कमल का फुल जिहड़ा बंद हो जाएगा। पर कहते गुरु जिहा नहीं है, गुरु दिने भी उस तरह है, रात को भी उस तरह है। जिहड़े गुरु के चरण हैं, कोई भावें दिन च ध्या ले ते भावें कोई रात को ध्या ले, वो हमेशा ही खुले रहते हैं, वह दर गुरु का हमेशा खुलिया रहता है। इस करके कमल के फुल का ये अवगुण है कि रात के समय उहदियां पंखड़ियां सुंकड़ जांदियां हन, बंद हो जांदियां हन। वै तो सह चेत देत कामना भगत निज, बासरो रजनी में 177 है। कहते पार जात फुल विच ना चेतना है ते ना मुक्ति का गुण है, पर इधर दूसरे पासे जिहड़ा गुरु है, गुरु साडियां हमेशा कामनावां नूं पूरा करता है। कामनावां नूं पूरा करदिआं सानू भगती का दान बख्श दिंदा है। कि पार जात दा रुख कर देगा? कहते कदी भी नहीं। इस करके कहते पार जात दे रुख नालों गुरु वड्डा है। बासरो रजनी में 177 है। कमल का फुल रात नूं अपनियां पंखड़ियां नूं बंद कर लैंदा, पर कहते गुरु इससे बिल्कुल उल्ट है। बासर और रजनी दिन ते रात मैं 177 है कि एक समान रहिंदा है गुरु। कभी भी नहीं कि जे रात होगी तो कुछ होर होएगा, दिन हो गया तो कुछ होर होएगा, एक समान गुरु रहिंदा है। लखे पद आदर न पार जात कमल को, ताते पग पग पार जात न कमल है। इस करके जेकर पार जात ते कमल दे विच ये चीज़ां अवगुण हैं तो इन्हां दी तुलना कहते गुरु के चरणों नाल कदी नहीं की जा सकती। गुरु के चरण पार जात के फुल, पार जात के बिरख ते कमल के फुल तो भी श्रेष्ठ हैं। इस करके गुरु के चरणों की तुलना पार जात नाल जां कमल के फुल नाल करनी कोई सियाणप वाली गल नहीं। चौपाई कर तुम भी कटकीन कुपीना, ताने उपर कमरी सितलीना। हुण इस तो बाद भाई बाला जी के पहरावे के बारे भाई संतोख सिंह जी लिख रहे सन, क्योंकि पुराना समा है, इस करके पुराने समय के अनुसार जिहड़ा पहरावा भी पुराने समय के अनुसार दिखाया गया है। क्योंकि उस समय अजे सिख सभ्याचार, सिख कल्चर पैदा नहीं सी होया, पंजाबी सभ्याचार चल रहा सी, जां फिर वख-वख धर्मां दे लोकां दा जिस तरह का अपना कल्चर सी उस अनुसार उन्होंने लिबास पाउंदे सन। तो इस करके भाई बाला जी का कहते लिबास की सी, कर तुम्बी कटकीन कुपीना। कर तुम्बी
ਕਹਿੰਦੇ ਉਹਨਾਂ ਦੇ ਹੱਥ ਵਿੱਚ ਇੱਕ ਤੁੰਬਾ ਸੀ। ਤੁੰਬਾ ਜਿਹੜਾ ਇੱਕ ਕੋਲ ਬਰਤਨ ਦੀ ਗੋਲ ਬਰਤਨ ਦੀ ਤਰ੍ਹਾਂ ਹੁੰਦਾ, ਉਹਦੇ ਉੱਪਰ ਤਾਰ ਲਾਈ ਹੁੰਦੀ ਹੈ। ਕਹਿੰਦੇ ਉਹਨਾਂ ਦੇ ਹੱਥ ਤੁੰਬਾ ਹੈ, ਕਟਕੀਨ ਕੁਪੀਨਾ, ਤੇ ਉਹਨਾਂ ਦੇ ਲੱਕ ਦੇ ਦੁਆਲੇ ਲੰਗੋਟੀ ਲਪੇਟੀ ਹੋਈ ਸੀ। ਤਨ ਉੱਪਰ ਕਮਰੀ ਸਿਤਲੀਨਾ, ਤੇ ਤਨ ਦੇ ਉੱਪਰ ਉਹਨਾਂ ਨੇ ਇੱਕ ਕੰਬਲੀ ਲਈ ਹੋਈ ਸੀ, ਤੇ ਜਿਹਦਾ ਰੰਗ ਜਿਹੜਾ ਸਫੇਦ ਸੀ। ਸਫੇਦ ਰੰਗ ਦੀ ਭਾਈ ਬਾਲਾ ਜੀ ਨੇ ਕੰਬਲੀ ਲਈ ਹੋਈ ਸੀ, ਭਾਵ ਉਹਨਾਂ ਦੇ ਹੱਥ ਵਿੱਚ ਤੁੰਬਾ ਹੈ, ਲੰਗੋਟ ਉਹਨਾਂ ਨੇ ਲੱਕ ਨਾਲ ਲਪੇਟਿਆ ਹੋਇਆ, ਤੇ ਕਮਰ ਦੇ ਦੁਆਲੇ ਜਿਹੜੇ ਚਿੱਟਾ ਕੱਪੜਾ ਜਾਂ ਚਿੱਟੀ ਕੰਬਲੀ ਲਈ ਹੋਈ ਹੈ। ਉੱਚੀ ਕੁਲ ਹੈ ਸੀਸ ਪਰ ਧਾਰੀ, ਸ਼ਮਸ ਸਵੇਤ ਦੀਰਘ ਇਕਸਾਰੀ। ਕਹਿੰਦੇ ਉੱਚਾ ਸਾਰਾ ਉਹਨਾਂ ਨੇ ਆਪਣੇ ਸਿਰ ਤੇ ਕੁੱਲਾ ਬੰਨਿਆ ਹੈ, ਟੋਪੀ ਜੇ ਵਰਗਾ ਸੀਸ ਤੇ ਧਾਰਿਆ ਹੋਇਆ ਹੈ, ਤੇ ਉਹਨਾਂ ਦੀ ਦਾੜੀ ਜਿਹੜੀ ਹੈ ਸ਼ਮਸ ਜਿਹੜੀ ਉਹਨਾਂ ਦੀ ਦਾੜੀ ਹੈ ਸਵੇਤ ਦਾ ਮਤਲਬ ਹੁੰਦਾ ਚਿੱਟੇ ਰੰਗ ਦੀ, ਸਫੈਦ ਰੰਗ ਦੀ, ਦੀਰਘ ਦਾ ਭਾਵ ਵੱਡੀ, ਲੰਬੀ ਸਾਰੀ, ਇਕਸਾਰੀ, ਤੇ ਉਹਨਾਂ ਦਾ ਜਿਹੜੇ ਚਿੱਟੇ ਰੰਗ ਦਾ ਦਾੜਾ ਹੈ ਇਕਸਾਰ ਪ੍ਰਕਾਸ਼ਮਾਨ ਹੈ। ਇਹ ਉਹਨਾਂ ਦਾ ਪਹਿਰਾਵਾ ਪਹਿਨਿਆ ਹੋਇਆ ਹੈ ਜਦੋਂ ਗੁਰੂ ਅੰਗਦ ਦੇਵ ਜੀ ਦੇ ਕੋਲ ਭਾਈ ਬਾਲਾ ਜੀ ਬੈਠੇ ਹੋਏ ਹਨ। ਉਰ ਮੈਂ ਕਰ ਗੁਰੂ ਨਾਨਕ ਧਿਆਨਾ, ਬੰਦੇ ਪਦ ਅਰਬਿੰਦ ਬਿਦਾਨਾ। ਕਹਿੰਦੇ ਕਿ ਉੱਥੇ ਬੈਠ ਕੇ ਗੁਰੂ ਨਾਨਕ ਮਹਾਰਾਜ ਜੀ ਦਾ ਧਿਆਨ ਆਪਣੇ ਹਿਰਦੇ ਵਿੱਚ ਕਰ ਰਹੇ ਹਨ। ਭਾਈ ਬਾਲਾ ਜੀ ਆਪਣੇ ਹਿਰਦੇ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਧਿਆਨ ਧਰ ਕੇ ਤੇ ਉਹਨਾਂ ਦੇ ਚਰਨਾਂ ਨੂੰ ਕਈ ਤਰੀਕਿਆਂ ਨਾਲ ਯਾਦ ਕਰ ਰਹੇ ਹਨ। ਮਹਾਰਾਜ ਨੂੰ ਕਈ ਤਰੀਕੇ ਨਾਲ ਆਪਣੇ ਦਿਲ ਦੇ ਅੰਦਰ, ਆਪਣੇ ਹਿਰਦੇ ਦੇ ਅੰਦਰ ਯਾਦ ਕਰ ਰਹੇ ਹਨ। ਇਹ ਯਾਦ ਉਹ ਇਤਿਹਾਸ ਲਿਖਾਉਣ ਤੋਂ ਪਹਿਲਾਂ ਕਰ ਰਹੇ ਹਨ, ਕਿਉਂਕਿ ਭਾਈ ਪੈੜਾ ਮੋਖਾ ਜੀ, ਭਾਈ ਬਾਲਾ ਜੀ, ਹੋਰ ਗੁਰੂ ਦੇ ਪਿਆਰੇ ਸਿੱਖ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਕ ਥਾਂ ਤੇ ਬੈਠੇ ਹੋਏ ਹਨ। ਇਹ ਸਾਰੀ ਤਿਆਰੀ ਕੀਤੀ ਹੋਈ ਹੈ ਕਿ ਜਿੱਦਾਂ ਜਿੱਦਾਂ ਭਾਈ ਬਾਲਾ ਜੀ ਗੁਰ ਇਤਿਹਾਸ ਬੋਲੀ ਜਾਣਗੇ, ਭਾਈ ਪੈੜਾ ਜੀ, ਭਾਈ ਮੋਖਾ ਜੀ ਉਹਨੂੰ ਲਿਖਤੀ ਰੂਪ ਦਿੰਦੇ ਜਾਣਗੇ। ਤੇ ਕਹਿੰਦੇ ਕਿ ਇਤਿਹਾਸ ਲਿਖਾਉਣ ਤੋਂ ਪਹਿਲਾਂ ਭਾਈ ਬਾਲਾ ਜੀ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਰੱਬ ਨੂੰ ਚੇਤੇ ਕਰ ਰਹੇ ਹਨ, ਗੁਰੂ ਨਾਨਕ ਰੂਪੀ ਰੱਬ ਨੂੰ ਚੇਤੇ ਕਰ ਰਹੇ ਹਨ, ਉਹਨਾਂ ਦੇ ਚਰਨਾਂ ਦਾ ਧਿਆਨ ਕਰ ਰਹੇ ਹਨ। ਬਾਲਾ ਵਰਣਨ ਕਰਨ ਲੱਗਾ ਬਾਰ, ਸੱਸ ਮੁਖ ਤੇ ਇਤਿਹਾਸ ਸੁਦਾਸਰ। ਭਾਈ ਬਾਲਾ ਜੀ ਕਈ ਤਰੀਕਿਆਂ ਦੇ ਨਾਲ ਗੁਰ ਇਤਿਹਾਸ ਨੂੰ ਆਪਣੇ ਚੰਨ ਵਰਗੇ ਮੁਖ ਤੋਂ ਅੰਮ੍ਰਿਤਮਈ ਇਤਿਹਾਸ ਦਾ ਜ਼ਿਕਰ ਕਰ ਰਹੇ ਹਨ, ਕਿਉਂਕਿ ਭਾਈ ਬਾਲਾ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਹੇ ਸਨ, ਤੇ ਉਹਨਾਂ ਨੇ ਜੋ ਜੀਵਨ ਘਟਨਾਵਾਂ ਨੂੰ ਦੇਖਿਆ ਸੀ ਉਹ ਸਾਰੀਆਂ ਜੀਵਨ ਘਟਨਾਵਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦੱਸ ਰਹੇ ਹਨ। ਕਹਿੰਦੇ ਕਿ ਉਹਨਾਂ ਨੇ ਆਪਣੇ ਚੰਨ ਰੂਪੀ ਜਿਹੜਾ ਮੁਖ ਹੈ ਔਰ ਤੋਂ ਗੁਰੂ ਇਤਿਹਾਸ ਨੂੰ, ਅੰਮ੍ਰਿਤਮਈ ਗੁਰੂ ਇਤਿਹਾਸ ਨੂੰ ਬੋਲਣਾ ਸ਼ੁਰੂ ਕੀਤਾ ਹੈ। ਸ੍ਰੀ ਬਾਲਾ ਸੰਦੁਰਵਾਚ, ਕਲਯੁਗ ਪਾਏ ਅਕਾਲ ਪ੍ਰਜੋਰਾ, ਪ੍ਰਗਟ ਭਏ ਅਗਓਗ ਪ੍ਰਗੋਰਾ। ਭਾਈ ਬਾਲਾ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦੇ ਸਮਾਜ ਦੇ ਹਾਲਾਤ ਨੂੰ ਵਰਣਨ ਕਰਦੇ ਹਨ। ਕਹਿੰਦੇ ਕਿ ਕਲਯੁਗ ਦਾ ਬੜਾ ਜ਼ੋਰਦਾਰ ਪ੍ਰਭਾਵ ਹੈ ਇਸ ਸਮੇਂ ਦਾ। ਜਦੋਂ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੋਣਾ ਸੀ ਨਾ, ਉਸ ਸਮੇਂ ਕਲਯੁਗ ਆਪਣੇ ਸਿਖਰੀ ਪ੍ਰਭਾਵ 'ਤੇ ਸੀ। ਪ੍ਰਗਟ ਭਏ ਅਗ ਓਗ ਪ੍ਰਗੋਰਾ, ਤੇ ਸਾਰੇ ਪਾਸੇ ਜਿਹੜੇ ਪਾਪ ਸਨ ਬੜੇ ਜ਼ੋਰ ਦੇ ਨਾਲ ਪ੍ਰਗਟ ਹੋ ਚੁੱਕੇ ਸਨ। ਜਿਹੜਾ ਪਾਪ ਸੀ ਨਾ, ਸਾਰੀ ਧਰਤੀ 'ਤੇ ਬੜੇ ਜ਼ੋਰ ਨਾਲ ਫੈਲਿਆ ਹੋਇਆ ਸੀ। ਆਦ ਦੁਕਾਲ ਹੋਤ ਤਪਾਤਾ, ਭਇਓ ਮਲੇਸ਼ ਰਾਜ ਬਖਿਆਤਾ। ਤੇ ਕਹਿੰਦੇ ਕਈ ਤਰ੍ਹਾਂ ਦੇ ਉਪਦਰਵ ਧਰਤੀ ਤੇ ਹੋਣ ਲੱਗੇ, ਕਦੀ ਕਾਲ ਪੈ ਜਾਣਾ, ਕਦੀ ਕੁਛ ਹੋ ਜਾਣਾ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਆਮ ਵਾਪਰਨ ਲੱਗ ਗਈਆਂ, ਕਿਉਂਕਿ ਕਲਯੁਗ ਦਾ ਸਮਾਂ, ਕਲਯੁਗ ਦਾ ਪ੍ਰਭਾਵ ਹੈ, ਤੇ ਧਰਤੀ ਵੀ ਥੋੜੀ ਖਿੱਚੋਤਾਣ ਕਰਨ ਲੱਗੀ। ਇਸ ਕਰਕੇ ਕਦੀ ਸੋਕਾ ਪੈ ਗਿਆ, ਕਦੀ ਭੂਚਾਲ ਆ ਗਏ, ਇਹ ਚੀਜ਼ਾਂ ਵਾਪਰਨ ਲੱਗ ਗਈਆਂ। ਤੇ ਕਾਰਨ ਕੀ ਦੱਸਿਆ? ਕਹਿੰਦੇ ਮਲੇਸ਼ੀਆ ਦਾ ਰਾਜ ਹੋ ਚੁੱਕਾ ਸੀ ਉਸ ਸਮੇਂ। ਇਸ ਕਰਕੇ ਮਲੇਸ਼ੀਆ ਨੇ ਆਪਣੀ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਕਈ ਤਰ੍ਹਾਂ ਦੇ ਪਾਪਾਂ ਦਾ ਫੈਲਾਅ ਕੀਤਾ ਹੋਇਆ ਸੀ। ਪੰਥ ਮੁਹੰਮਦ ਬੜਤ ਅਪਾਰਾ, ਕਲਮਲ ਮੈ ਮਤਹੀਨ ਵਿਚਾਰਾ। ਤੁਰਕਾਂ ਦਾ ਉਸ ਸਮੇਂ ਜਿਹੜਾ ਪ੍ਰਭਾਵ ਸੀ ਸਾਰੇ ਭਾਰਤ ਵਿੱਚ ਵੱਧ ਰਿਹਾ ਸੀ, ਕਲਮਲ ਮੈ, ਤੇ ਸਾਰੇ ਪਾਸੇ ਕਲ ਯੁੱਗ ਦੇ ਪ੍ਰਭਾਵ ਕਰਕੇ ਕਲ ਦੀ ਜਿਹੜੀ ਮੈਲ ਸੀ ਉਹ ਸਾਰਿਆਂ ਦੇ ਵਿੱਚ ਭਰੀ ਹੋਈ ਸੀ, ਕਲ ਯੁੱਗ ਦੀ ਮੈਲ। ਮਤਹੀਨ ਵਿਚਾਰਾ, ਤੇ ਬੰਦੇ ਜਿਹੜੇ ਸਨ ਇਸ ਧਰਤੀ ਦੇ ਮਨੁੱਖ ਸਨ ਉਹ ਮਤ ਤੋਂ ਹੀਣੇ ਹੋ ਚੁੱਕੇ ਸਨ। ਇੱਕ ਤਾਂ ਉਹਨਾਂ ਅੰਦਰ ਬੁਰਾਈ ਭਰ ਗਈ, ਦੂਜਾ ਮਤ ਤੋਂ ਹੀਣੇ ਹੋ ਚੁੱਕੇ ਸਨ। ਇਹ ਸਾਰੀ ਘਟਨਾਵਾਂ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਦੀਆਂ ਹਨ ਕਿ ਗੁਰੂ ਨਾਨਕ ਮਹਾਰਾਜ ਦਾ ਇਸ ਧਰਤੀ ਤੇ ਪ੍ਰਕਾਸ਼ ਕਿਉਂ ਹੋਇਆ, ਇਹਦੀ ਭੂਮਿਕਾ ਬਣ ਰਹੇ ਹਨ ਭਾਈ ਬਾਲਾ ਜੀ। ਗੌ ਗਰੀਬ ਕੋ ਹਤੈ ਕੁਸਾਲੀ, ਕਲ ਕੇ ਕਾਲੈ ਕੀਨ ਕੁਚਾਲੀ।
ਕਹਿੰਦੇ ਗੌ ਗਰੀਬ ਦੀ ਉਸ ਸਮੇਂ ਹੱਤਿਆ ਜਿਹੜੀ ਆਮ ਕੀਤੀ ਜਾਣ ਲੱਗ ਪਈ। ਕਹਿੰਦੇ ਜਿਹੜਾ ਮਾਤੜ ਗੌ ਗਰੀਬ ਮਤਲਬ ਜਿਹੜਾ ਸਾਫ਼ ਸੁਥਰਾ ਬੰਦਾ ਸੀ, ਜਿਹੜਾ ਜਿਹਦੇ ਅੰਦਰ ਪਿਆਰ ਸੀ, ਰੱਬ ਦਾ ਨੇਮ ਚ ਰੱਬ ਨੂੰ ਸਿਮਰਨ ਕਰਦੇ ਸਨ, ਗੁਰੂ ਨੂੰ ਯਾਦ ਕਰਦੇ ਸਨ, ਜਾਂ ਜਿਹੜੇ ਨੇਕ ਬੰਦੇ ਸਨ, ਉਹਨਾਂ ਦੀਆਂ ਹੱਤਿਆਵਾਂ ਹੋਣ ਲੱਗ ਗਈਆਂ। ਮੈਲ ਨਾਲ ਭਰੇ ਲੋਕ ਉਹਨਾਂ ਦੀਆਂ ਹੱਤਿਆਵਾਂ ਕਰਨ। ਕੱਲ ਕੇ ਕੱਲ ਹੈ, ਕੱਲ ਦਾ ਪ੍ਰਭਾਵ ਸੀ ਕੀਨ ਕੁਚਾਲੀ, ਤੇ ਸਾਰੇ ਪਾਸੇ ਕੁਚਾਲ ਹੋ ਗਈ, ਗਲਤ ਨੀਤੀਆਂ ਚੱਲ ਪਈਆਂ, ਸਹੀ ਕੁਛ ਵੀ ਨਹੀਂ ਸੀ ਹੋ ਰਿਹਾ। ਇਹ ਜਿਹੜਾ ਕਲ ਯੁੱਗ ਦਾ ਪ੍ਰਭਾਵ ਸੀ ਉਸ ਸਮੇਂ। ਨ੍ਰਿਪਤ ਭਏ ਮਤ ਮੰਦ ਮਲੀਨਾ, ਜਨ ਸੁਭ ਕਰਮ ਖੋਸ ਕਿਸ ਲੀਨਾ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਿਹੜੇ ਰਾਜੇ ਸਨ ਨਾ, ਉਹਨਾਂ ਦੀ ਮੱਤ ਵੀ ਮਲੀਨ ਹੋ ਚੁੱਕੀ ਸੀ, ਕਿਉਂਕਿ ਰਾਜਿਆਂ ਦਾ ਤਾਂ ਧਰਮ ਹੁੰਦਾ ਹੈ, ਰਾਜੇ ਦਾ ਇਹ ਕਰਮ ਹੁੰਦਾ ਹੈ ਕਿ ਉਹ ਜਨਤਾ ਦੀ ਭਲਾਈ ਕਰੇ, ਇਹ ਦੇਖੇ ਕਿ ਜਨਤਾ ਨੂੰ ਕਿਸ ਚੀਜ਼ ਦੀ ਲੋੜ ਹੈ ਤੇ ਕਿਹੜੀ ਚੀਜ਼ ਉਹਨਾਂ ਲੋੜੀਂਦੀ ਹੈ, ਕੋਈ ਉਹਨਾਂ ਨਾਲ ਬੁਰਾ ਤਾਂ ਨਹੀਂ ਹੋ ਰਿਹਾ। ਪਰ ਕਹਿੰਦੇ ਇਹਦੇ ਉਲਟ ਸਾਰਾ ਕੁਛ ਜਿਹੜਾ ਸੀ ਉਹ ਮਾੜਾ ਹੋ ਰਿਹਾ ਸੀ। ਰਾਜੇ ਆਪ ਮਾੜੀ ਮੱਤ ਵਾਲੇ ਹੋ ਚੁੱਕੇ ਸਨ, ਉਹਨਾਂ ਦੀ ਮੱਤ ਮਲੀਨ ਹੋ ਚੁੱਕੀ ਸੀ, ਮੈਲ ਨਾਲ ਭਰੀ ਹੋਈ ਸੀ। ਜਨ ਸੁਭ ਕਰਮ ਖੋਸ ਕਿਸ ਲੀਨਾ। ਤੇ ਸਵਾਲ ਕੀਤਾ ਭਾਈ ਸੰਤੋਖ ਸਿੰਘ ਜੀ ਨੇ, ਕਹਿੰਦੇ ਸਮਝ ਨਹੀਂ ਆਉਂਦੀ ਕਿ ਜਿਹੜੇ ਸ਼ੁਭ ਕਰਮ ਸਨ ਇਹ ਕਿਹਨੇ ਖੋਲੇ ਉਸ ਸਮੇਂ ਧਰਤੀ ਤੋਂ। ਜਿਹੜੇ ਧਰਤੀ ਦੇ ਲੋਕ ਸਨ ਮਾੜੇ ਕਰਮਾਂ ਵਿੱਚ ਲੱਗ ਗਏ, ਸਮਝ ਨਹੀਂ ਆ ਰਹੀ ਕਿ ਉਹਨਾਂ ਕੋਲ ਚੰਗੇ ਕਰਮ ਖੋਹ ਕਿਹਨੇ ਲਏ ਹਨ। ਮੰਤਰੀ ਲੋਲਭ ਬੇਸਿਆ ਗਾਮੀ, ਦੁਰਾਚਾਰੀ ਕਰਹਿ ਮਨ ਬਾਮੀ। ਕਹਿੰਦੇ ਰਾਜੇ ਤਾਂ ਮਲੀਨ ਹੋ ਹੀ ਚੁੱਕੇ ਸਨ, ਰਾਜਿਆਂ ਦੀ ਜਿਹੜੀ ਮੱਤ ਸੀ ਉਹ ਤਾਂ ਮਾੜੀ ਹੋ ਚੁੱਕੀ ਸੀ, ਪਰ ਜਿਹੜੇ ਮੰਤਰੀ ਸਨ ਉਹ ਵੀ ਬੜੇ ਲਾਲਚੀ ਹੋ ਗਏ ਤੇ ਬੇਸ਼ਿਆਗਾਮੀ ਹੋ ਗਏ ਕਿ ਵੇਸ਼ਵਾ ਨੂੰ ਭੋਗਣਾ ਸ਼ੁਰੂ ਕਰਤਾ। ਜਿਹੜੇ ਮੰਤਰੀ ਲੋਕ ਸਨ ਉਹਨਾਂ ਦਾ ਧਿਆਨ ਹੀ ਮਾੜੇ ਕਰਮਾਂ 'ਚ ਰਹਿਣ ਲੱਗ ਗਿਆ। ਦੁਰਾਚਾਰ ਕਰਹਿ ਮਨ ਬਾਮੀ, ਤੇ ਆਪਣੇ ਮਨ ਦੇ ਕਹੇ ਅਨੁਸਾਰ ਚੱਲਦੇ ਸਨ, ਇਸ ਕਰਕੇ ਦੁਰਾਚਾਰੀ ਹੋ ਚੁੱਕੇ ਸਨ। ਉਹਨਾਂ ਦੇ ਜਿਹੜੇ ਕਰੈਕਟਰ ਸਨ ਉਹ ਬਿਲਕੁਲ ਡਾਊਨਫਾਲ ਹੋ ਚੁੱਕੇ ਸਨ। ਅਜਿਹਾ ਉਹਨਾਂ ਦਾ ਜਿਹੜਾ ਸੀ ਉਸ ਸਮੇਂ ਦਾ ਰਾਜੇ ਤੇ ਮੰਤਰੀਆਂ ਦਾ ਸੁਭਾਅ ਬਣ ਚੁੱਕਿਆ ਸੀ। ਦੋਹਰਾ ਦੁਰਮਤ ਦੁਸ਼ਟ ਦਰੋਦਰੀ, ਦੁਕ੍ਰਿਤ ਦੁਖਤ ਕਲੇਸ਼, ਸੋਨ ਸਿੰਘ ਕਾ ਸਰਸ ਸੋ ਧਰਮ ਭਇਓ ਰਕੇਸ਼। ਕਹਿੰਦੇ ਕਲ ਯੁੱਗ ਦਾ ਸਮਾਂ ਇੰਨਾ ਭਿਆਨਕ ਸੀ ਕਿ ਬੰਦੇ ਦੁਰਮਤ ਵਿੱਚ ਲੱਗੇ ਹੋਏ ਸਨ। ਜਿਹੜੀ ਦੁਰਮਤ ਸੀ, ਭੈੜੀ ਮੱਤ ਸੀ, ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਚੁੱਕੀ ਸੀ। ਦੁਸ਼ਟ ਦਰੋਦਰੀ, ਦਰੋਦਰੀ ਭਾਵ ਜੂਆਬਾਜੀ। ਸਾਰੇ ਲੋਕ ਜਿਹੜੇ ਸਨ ਜੂਏਬਾਜੀ ਵਾਲੇ ਪਾਸੇ ਲੱਗ ਗਏ। ਜਿਹਦੇ ਕੋਲ ਥੋੜ੍ਹਾ ਜਿਹਾ ਧਨ ਦੌਲਤ ਸੀ ਜਾਂ ਸੁੱਖ ਸੁਵਿਧਾ ਸੀ, ਉਹ ਕੀ ਕਰਦੇ, ਜਿੰਨਾ ਪੈਸਾ ਹੁੰਦਾ ਉਹ ਸਾਰੇ ਦਾ ਜੂਆ ਖੇਡਣਾ ਸ਼ੁਰੂ ਕਰਤਾ। ਦੁਕ੍ਰਿਤ ਦੁਖਤ ਕਲੇਸ਼, ਜਿਹਦੇ ਕਰਕੇ ਸਾਰੇ ਸਮਾਜ ਦੇ ਵਿੱਚ, ਸਾਰੇ ਜਿੰਨੇ ਵੀ ਉਸ ਸਮੇਂ ਦਾ ਸਮਾਜ ਸੀ ਉਸ ਦੇ ਵਿੱਚ ਕਲੇਸ਼ ਹੀ ਕਲੇਸ਼ ਪੈਦਾ ਹੋ ਗਏ ਕਿ ਅਜਿਹਾ ਸਮਾਜ ਸਿਰਜਿਆ ਗਿਆ। ਲੋਕਾਂ ਦੇ ਜਿਹੜੇ ਮੰਤਰੀ ਸਨ ਜਾਂ ਮੰਤਰੀਆਂ ਤੋਂ ਪਹਿਲਾਂ ਰਾਜੇ ਸਨ ਤੇ ਲੋਕ ਸਨ, ਉਹਨਾਂ ਦਾ ਸੁਭਾਅ ਦੁਸ਼ਟ ਹੋ ਚੁੱਕਾ ਸੀ, ਲੋਕ ਦੁਸ਼ਟ ਹੋ ਗਏ ਸਨ, ਜਿਸ ਕਰਕੇ ਸਾਰੇ ਪਾਸੇ ਕਲੇਸ਼ ਹੀ ਕਲੇਸ਼ ਸਨ। ਤੇ ਕਹਿੰਦੇ ਸੋਹਣ ਸਿੰਘ ਕਾ ਸਰਸ ਸੋ ਧਰਮ ਭਇਓ ਰਕੇਸ਼। ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਹੜੇ ਲੋਕ ਨੇ ਨਾ ਉਹ ਰਾਖਸ਼ਣੀ ਦੇ ਪੁੱਤਰ ਬਣ ਗਏ ਹਨ, ਤੇ ਰਾਖਸ਼ਣੀ ਦੇ ਪੁੱਤਰ ਬਣਨ ਕਰਕੇ ਤੇ ਧਰਮ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਚੰਦਰਮਾ ਨੂੰ ਗ੍ਰਹਿਣ ਲੱਗਿਆ ਹੋਵੇ ਕਿ ਧਰਮ ਦੀ ਸਥਿਤੀ ਅਜਿਹੀ ਹੋ ਚੁੱਕੀ ਸੀ। ਚੌਪਾਈ ਨ੍ਰਿਪਤ ਪੁਕਾਰ ਨਾ ਸੁਨ ਹੈ ਕਾਈ, ਕਾਜੀ ਰਿਸ਼ਵਤ ਬਸ ਅਧਿਕਾਈ। ਕਹਿੰਦੇ ਜੇਕਰ ਕੋਈ ਬੰਦਾ ਆਪਣਾ ਦੁੱਖ, ਆਪਣੀ ਤਕਲੀਫ ਰਾਜੇ ਕੋਲ ਲੈ ਕੇ ਚਲਾ ਜਾਂਦਾ ਤਾਂ ਰਾਜਾ ਉਹਦਾ ਦੁੱਖ ਨਹੀਂ ਸੀ ਸੁਣਦਾ ਹੈਗਾ। ਨ੍ਰਿਪਤ ਪੁਕਾਰ ਨਾ ਸੁਣਾ ਗਈ, ਕਿਸੇ ਪ੍ਰਕਾਰ ਦੀ ਕਿਸੇ ਦੀ ਵੀ ਕੀਤੀ ਹੋਈ ਪੁਕਾਰ ਨੂੰ ਨਹੀਂ ਸੀ ਸੁਣਦਾ। ਤੇ ਜੇਕਰ ਕੋਈ ਧਰਮ ਦੇ ਆਗੂ ਦੇ ਕੋਲ ਇਸ ਕਰਕੇ ਚਲਾ ਜਾਂਦਾ ਕਿ ਮੇਰਾ ਜਿਹੜਾ ਹੈ ਨਿਆਂ ਕੀਤਾ ਜਾਵੇ, ਮੈਂ ਬੁਰੀ ਤਰ੍ਹਾਂ ਮੈਨੂੰ ਠੱਗਿਆ ਗਿਆ ਹੈ ਜਾਂ ਮੇਰੇ ਨਾਲ ਮਾੜਾ ਹੋਇਆ ਹੈ, ਤਾਂ ਉਹ ਅਦਾਲਤ ਵਿੱਚ ਜਾਂਦਾ ਸੀ ਤੇ ਕਹਿੰਦੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ। ਜਿਹਾ ਸਮਾਂ ਆ ਗਿਆ ਭਿਆਨਕ ਕਿ ਜਿਹੜੇ ਸੱਚੇ ਬੰਦੇ ਸਨ ਉਹਨਾਂ ਕੋਲ ਵੀ ਰਿਸ਼ਵਤ ਲਈ ਜਾਂਦੀ ਕਿ ਜੇਕਰ ਤੂੰ ਸੱਚਾ ਹੈ ਤੇ ਚਾਹੁੰਦਾ ਤੇਰੇ ਹੱਕ ਵਿੱਚ ਫੈਸਲਾ ਕਰੀਏ ਤਾਂ ਤੈਨੂੰ ਰਿਸ਼ਵਤ ਦੇਣੀ ਪਏਗੀ। ਇਹ ਕਲ ਯੁੱਗ ਦਾ ਭਿਆਨਕ ਸਮਾਂ ਬਿਆਨ ਕਰ ਰਹੇ ਨੇ, ਅੱਜ ਤੋਂ 500 ਸਾਲ ਦਾ ਪਹਿਲਾਂ ਦਾ। ਝੂਠੇ ਕੋ ਸਾਚਾ ਕਰ ਦੇਈ, ਸਤ ਨਿਆਉ ਕੇ ਨਾਉ ਨਾ ਲਈ। ਤੇ ਇੰਨਾ ਭਿਆਨਕ ਸਮਾਂ ਆ ਗਿਆ ਕਿ ਜੇਕਰ ਕੋਈ ਅਦਾਲਤ ਦੇ ਵਿੱਚ ਜਾਂਦਾ ਤਾਂ ਉਸ ਅਦਾਲਤ ਦੇ ਵਿੱਚ ਝੂਠੇ ਨੂੰ ਸੱਚਾ ਸਾਬਤ ਕਰ ਦਿੱਤਾ ਜਾਂਦਾ ਸੀ। ਸਾਰੀ ਖੇਡ ਮਾਇਆ ਦੀ ਹੋ ਚੁੱਕੀ ਸੀ। ਜੇਕਰ ਕੋਈ ਪੈਸਾ ਚੜਾ ਦਿੰਦਾ ਤੇ ਝੂਠਾ ਸੀ ਤੇ ਕਹਿੰਦੀ ਉਹਦੀ ਗੱਲ ਨੂੰ ਸੱਚ ਮੰਨ ਲਿਆ ਜਾਂਦਾ। ਸਤ ਨਿਆਉ ਕੇ ਨਾਮ ਨਾ ਲਈ,
ना कोई सत की गल करता सी ते ना कोई न्याय की गल करता सी। ये कल युग दी निशानियां ने। जह जह चली मलेशन भाखा, निज निज धर्म नरन सब नाखा। जिथे जिथे मलेशिया की भाख्या मतलब भाषा का प्रचार प्रसार हो गया, लोगों ने की किया, जिहड़े इत्थों के लोग सन भारत के, उन्होंने अपने धर्म को त्यागना शुरू करता ते मलेशिया की भाख्या कहनी शुरू कर दी। अपने धर्म की बोली, अपने धर्म के जिहड़े रीति रिवाज सन, अपने धर्म के जिहड़े कर्म सन, वो सारे करने बंद करते, क्योंकि मलेशिया का प्रभाव सी। पुण्यहीन तन पापन पीना, दरब खसोटै देखत दीना। इस समय धरती ते लोग पुण्य तो हीन हो चुके सन। कहते कोई पुण्य करके राजी नहीं सी, क्योंकि कल युग का समय गुरु नानक महाराज का प्रकाश नहीं होया। धरती के ये हालात सन, लोग पुण्य दान तो बड़े भजदे सन। तन पापन पीना, ते सारिਆਂ ਦੇ तन ਜਿਹੜੇ सन पापां नाल भर चुके सन। इन्ने ज़्यादा लोग पापी हो चुके सन। दरब खसोटा देख दियां। कहते जेकर किसी राजे या मंत्री नूं पता चल जाता कि ये गरीब मातड़ बंदे को धन दौलत हैगा, तो उहदे कोल उहदा धन दौलत खो लिया जाता सी। अजिहा कल युग का भयानक समा है। पर कारज के करता हानि, सन ज्यों तन खोवै दुखदानी। तो जेकर कोई दूसरे बंदे दे बनते हुए कारज नूं वेखदा कि किसी का कारज सिरे चढ़ रहा है, कोई बंदे का काम जिहड़ा सिरे चढ़ रहा, तो कहते उहदी जाके हानि कर देनी, कोई ना कोई विघन पा देना। लोगों का यह सुभाव हो गया सी, किसी का कोई भी काम नहीं सी होण दिंदे। जेकर कोई चंगा काम हो रहा है तो उहदे विच विघन पा देना। उदाहरण दित्ती है किदां, कहते जिवें सन हुंदी है, तो सन नूं की करदे सन, उहनूं कुट के उहदी रस्सियां बनाईयां जांदियां सन, ते उहदियां रस्सियां जिहड़ियां दर्द चुभण वालियां हुंदियां सन, उहदे नाल किसे नूं बन्निया जांदा सी। कहते जिस तरह सन जिहड़ी है वो आप तो तकलीफ विच रहिंदी है ते दूजे नूं भी तकलीफ दिंदी है। इसी तरह कहते कल युग के भयानक समय विच लोग जिहड़े सन, जेकर कोई चंगा काम करदा सी उहदे लई विघन खड़ा करदे सन, ते जेकर विघन खड़ा करते सन उन्होंने तकलीफ देंदे सन। आप तो तकलीफ विच रहिंदे ही रहिंदे सन ते दूजे नूं भी तकलीफ विच लिया दिंदे सन। पर धन पर निंदिया पर दारा, निस दिन तन मन सोहित धारा। लोकां दा सुभाਅ जिहा बन चुकिया सी कि वह पराए धन ते पराई निंदिया ते पराई औरत ते निगाह रखदे सन। निस दिन तन मन सोहित धारा, ते दिन ते रात लोगों की जिहड़ा निगाह सी ना, दिन रात लोगों का जिहड़ा ध्यान सी वो ये रहिंदा सी कि मैं पराए धन नूं अपना किवें बनावां, दूजे दे धन नूं, जां पराए बंदे की निंदिया करनी। जे कोई चंगा बंदा समाज विच चंगे काम कर रहा है उन्होंने भी निंदिया जाना, ते दूसरे की औरत ते हमेशा निगाह रखनी। इस तरह का कहते समाज दे विच प्रभाव फैल चुका सी। दोहरा जंगम बहुत सरे वरे, करत दिगंबर रार। ये तो हो गया कहते राजनीतिक हालत, राजियां की हालत की सी, समाज की हालत की सी। ते कहते ये नाल नाल जिहड़ा धर्म सी उहदे भी कोई हालात चंगे नहीं सन। जंगम जंगम जिहड़े टल्लियां वजाउंदे हन, घुमदे फिरदे हन, बहुत सरेवरे, ते बहुत सारे जानी लोग। करत दिगंबर रार, दिगंबर जिन्हां ने अपने शरीर नूं आसमान के कपड़े नाल ढकिया हुंदा, भाव जिहड़े नंगे रहिंदे हन। दिगंबर जैनियां दे विच एक फिरका है कि इन्हां दे बड़े सारे फिरके बन सके सन, आपस विच ही लड़दे झगड़दे रहिंदे सन। खट दर्शन हर नाम बिन, होत बाद मर खुआर। खट दर्शन भाव जिहड़े 6 फिरके सन, 6 दर्शनां दे 6 फिरके सन, ਉਹ भी तो सारे ਜਿਹੜੇ आपस ਵਿੱਚ हरि नाम तो वांझे सन। कोई भी हरि नाम ਦਾ ਰੱਬ ਦੇ ਨਾਮ ਨੂੰ ਚੇਤੇ ਕਰਕੇ ਰਾਜੀ ਨਹੀਂ ਹੁੰਦੇ ਸਨ। ਇਸ ਕਰਕੇ ਇਹਨਾਂ ਦੇ ਆਪਸੀ ਝਗੜੇ ਇੰਨੇ ਵੱਧ ਚੁੱਕੇ ਸਨ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ। ਚੌਪਈ ਕਿੰਨੇ ਦਵਾਦਸ਼ ਮਾਰਗ ਜੋਗੀ, ਭਾਉ ਭਗਤ ਬਿਨ ਭਏ ਪਿਓਗੀ। ਤੇ ਜੋਗੀਆਂ ਦੇ ਦਵਾਦਸ਼, ਦਵਾ मतलब 2, दश मतलब 10, जोगियां दे 12 फिरके बन चुके सन। भाव भगत बिन भय वियोगी। ते कहते इन्हां 12 फिरकियां दे जोगियां विच ना ते परमात्मा प्रति कोई प्यार सी ते ना ही इन्हां दे मन विच कोई गुरु दी, परमात्मा दी, रब दी भगती सी। ते इहदे करके ये विछड़े हुए सन परमात्मा कोलों, गुरु कोलों। गुरु तो बहुत दूर हो चुके सन, परमात्मा कोलों बहुत दूर हो चुके सन। है तो इन्हां दे 12 फिरके ने,
पर कहते 12 फिरकियां का ये सुभाव सी कि इन्हां दे दिलों में रब प्रति किसी तरह का प्यार नहीं, इस करके दूर बहुत दूर हो चुके सन। कर है शास्त्रन विपर कुबादा, बहुत परस्पर वदत बिखादा। ते जिन्हां लोकां ने विपरा ने शास्त्रां दा अध्ययन किया होया सी, काम तो यह बनता सी कि शास्त्रां दा अध्ययन करके अपने मन नूं सोधना ते नाल ही लोकां नूं संदेश देना, उपदेश देना कि रब दा संदेश की है, परमात्मा दा उपदेश की है। कहते ये बिना उल्ट काम हो रहा सी। जिहड़े विपर सन लोग सन, जिहड़े विद्वान लोग सन, जिन्हां ने शास्त्रां दा अध्ययन किया सी, वो हमेशा कोबादा आपस में वाद विरोध करते रहते सन। जे किधरे इकट्ठे बह जाना विद्वानां ने तो किसी ना किसी गल तो, किसी ना किसी विचार तो आपस में उलझे रहना कि जिहड़ा शास्त्र मैं पढ़िया उहदे विच तां इह विचार कीती है, जिहड़ा शास्त्र तुसीं पढ़िया उहदे विच इह विचार है। इस तरह कहते उन्हां विच कोबाद चलदा रहिंदा सी, किसी ना किसी तरीके ते वाद विवाद चलदा रहिंदा। ते इस करके इन्हां दे विच कई तरह दीयां दूरियां पै चुकियां सन, कारण कि आपसी वाद विवाद के करके। मूंड मंडावै होए सन्यासी, दरब नार मैं हृदा दुरासी। ते हुण सन्यासियां वाल हो जाते हैं भाई संतोख सिंह जी। कहते उस समय सन्यासी भी बड़े सन ते अपना सिर मंडवा के ते जंगलों में चले जाते। ते कई बार जदों कोई लंगर पानी छकना होना तो पिंडां विच आ जाना। ते पर कहते बने तो सन्यासी सन, लोग इन्हां नूं सन्यासी कहते सन। इन्हां दा ध्यान दरब नार मैं रिदा दुरासी, इन्हां दा ध्यान लोकां दे धन विच ते लोकां दीयां नारां विच रहिंदा सी। इस करके कहते ये भी अपने धर्म तो भटक चुके सन। भए अतीत कहे कहाए बैरागी, गृहस्थी ते वध मन दो लागी। ये अपने आप नूं साधु अखवाउंदे सन कि असीं बैरागी हाँ, पर असली ये तो कहते गृहस्थी जिहड़े गृहस्थ धर्म विच रहिंदे ने, परिवारां विच रहिंदे ने, उन्हां तो भी गए गुजरे सन। क्योंकि इन्हां दी तृष्णा गृहस्थियां नालों ज़्यादा वध चुकी सी। इन्हां दा मन जिहड़ा सी धन लई ललचांदा सी, पराई नार दे लई ललचांदा सी। इस करके कहते गृहस्थियां तो भी गए गुजरे सन। पंडित पहरुआ करह सतेई, रखवारी को सदन करे। भाई संतोख सिंह जी लिखते हैं कि जिहड़ा पंडित बंदा है, जिहड़ा विद्वान बंदा है, वो तो साडे लिए एक पहरेदार हुंदा है। जिहड़ा कोई विद्वान बंदा है, गुरु दे प्रेम वाला जां धार्मिक शास्त्र जिन्हें पढ़े ने, वो आम लोकां लई एक पहरेदार की तरह हुंदा है कि उन्हां नूं कराए जाण तो रोकदा है, सच्चे मार्ग नाल जोड़दा है। पर कहंदे अज तो 550 साल पहला बिल्कुल इहदे उल्ट काम हो गया। जिन्हां ने शास्त्रां दा अध्ययन किया सी, वड्डे वड्डे विद्वान पंडित सन, उन्होंने लोगों को लुटना शुरू करता। लोगों को कोई ना कोई अजिही विचार दसनी ग्रंथ विचों पढ़ के कि जिहदे नाल उन्हां नूं लगना कि जे असीं ये कर्म नहीं करांगे, ये धर्म का काम नहीं करांगे जां आ चीज़ नहीं करांगे तो साडे उत्ते बहुत वड्डा साडे को पाप हो जाएगा। इस करके भाई साहब जी लिखते हैं कि जिन्हां विद्वानां दा, जिन्हां पंडितां दा, जिन्हां पुरोहितां दा काम लोकां नूं सीधे रस्ते पाउणा सी, उन्हां दी पहरेदारी करना सी, उन्हां ने लुटना शुरू करता। रखवारी को सदन करई। फिर कहंदे दस हुण साडे घर दी रखवारी कौन करेगा? जे पहरेदार ही घर नूं लुटन लग जावे तां फिर घर दे विच राखी कौन करेगा? होती बार रखबार निरपाला, प्रजा खेत को खात को डाला। कहते राजे का काम हुंदा है राखी करना लोगों की। जेकर कोई राजा है, किसी स्टेट का बादशाह है, उहदा काम हुंदा अपनी प्रजा की राखी करना जां अपने प्रजा दियां दुख तकलीफां नूं दूर करना। इहदे उल्ट कहंदे जे जिहड़ा रखवाला है, जिन्हें सानू कुछ देना है, साडी मदद करनी है, तो उही सानू जिहड़ा नुकसान करन लग जावे, तकलीफ देन लग जावे। कहंदे ये तां इस तरह जिवें खेत दे दुआले वाड़ लाई होवे ते वाड़ ही खेत नूं खाण लग जावे। राजा तो कहंदे वाड़ हुंदी है, जे कोई बादशाह है जां मौजूदा समय च कोई मुख मंत्री प्रधानमंत्री है, ये प्रजा दे लई वाड़ दा काम करना चाहिए। इन्हां नूं लोकां दी भलाई लई काम करने चाहिए जिन्ना वध तो वध हो सके। पर कहंदे अज तो 550 साल पहला, गुरु नानक महाराज के प्रकाश तो पहला, राजे जिहड़े सन वो लोकां नूं ही खाना शुरू करता, लोकां नूं ही लुटना शुरू करता। इस तरह लग रहा सी जिवें खेत नूं उहदी आले दुआले लाई हुई वाड़ ही खा रही होवे। दोहरा भयो पार तर पर अधिक, धर्म तरत नह तीर।
ਕਹਿੰਦੇ ਧਰਤੀ ਦੇ ਉੱਤੇ ਇੰਨਾ ਜ਼ਿਆਦਾ ਪਾਪ ਵੱਧ ਚੁੱਕਿਆ ਸੀ, ਹੁਣ ਧਰਤੀ ਕੋ ਵੀ ਧੀਰਜ ਨਹੀਂ ਸੀ ਹੋ ਰਿਹਾ। ਧਰਤੀ ਵੀ ਕਹਿੰਦੇ ਆ ਜਦੋਂ ਪਾਪ ਵੱਧਦਾ ਨਾ ਉਦੋਂ ਪੁਕਾਰ ਕਰਦੀ ਹੈ ਕਿ ਮੇਰੇ ਉੱਤੇ ਪਾਪ ਬਹੁਤ ਵੱਧ ਚੁੱਕਿਆ। ਉਸ ਸਮੇਂ ਕਹਿੰਦੇ ਧਰਤੀ ਨੇ ਜਦੋਂ ਦੇਖਿਆ ਕਿ ਸਾਰੇ ਪਾਸੇ ਧਰਮ ਦੀ ਗਲਾਨੀ ਹੋ ਰਹੀ ਹੈ, ਲੋਕ ਧਰਮ ਤੋਂ ਪਿੱਛੇ ਹਟ ਰਹੇ ਹਨ, ਸੱਚੇ ਲੋਕਾਂ ਨੂੰ ਦਬਿਆ ਜਾ ਰਿਹਾ, ਸੱਚੇ ਲੋਕ ਜਿਹੜੇ ਨੇ ਉਹਨਾਂ ਨੂੰ ਕਸ਼ਟ ਦਿੱਤਾ ਜਾ ਰਿਹਾ ਸਮਾਜ ਦੇ ਦੁਆਰਾ ਜਾਂ ਰਾਜਿਆਂ ਦੁਆਰਾ, ਵਜ਼ੀਰਾਂ ਦੁਆਰਾ ਜਾਂ ਧਰਮ ਦੇ ਪੁਰੋਹਿਤਾਂ ਦੁਆਰਾ, ਤੇ ਧਰਤੀ ਕੋ ਕਹਿੰਦੇ ਸਹਿਣ ਨਹੀਂ ਹੋਇਆ। ਧਰਤੀ ਨੇ ਆਪਣੇ ਅੰਦਰੋਂ ਹੂਕ ਮਾਰੀ ਤੇ ਧਰਤੀ ਨੇ ਆਵਾਜ਼ ਲਾਈ ਪਰਮਾਤਮਾ ਨੂੰ ਕਿ ਪਰਮਾਤਮਾ ਹੁਣ ਮੇਰੇ ਕੋਲ ਪਾਪ ਨਹੀਂ ਜਰਿਆ ਜਾਂਦਾ, ਇਸ ਧਰਤੀ ਤੇ ਕਿਸੇ ਅਵਤਾਰ ਨੂੰ ਭੇਜ, ਕਿਸੇ ਆਪਣੇ ਰੂਪ ਨੂੰ ਭੇਜ ਤਾਂ ਜੋ ਭਾਰ ਹਲਕੇ ਹੋ ਸਕਣ। ਕਹਿੰਦੇ ਧਰਤੀ ਹੁਣ ਧੀਰਜ ਨਹੀਂ ਧਰ ਰਹੀ। ਭਾਉ ਭਗਤ ਨਹਿ ਜਗਤ ਮੈਂ ਬਿਕੁਲ ਭਾਈ ਪੈ ਬੋਰ ਵੀਰ। ਜਗਤ ਦੇ ਵਿੱਚ ਕਹਿੰਦੇ ਭਾਵ ਤੇ ਭਗਤੀ ਬਿਲਕੁਲ ਖਤਮ ਹੋ ਚੁੱਕੀ ਸੀ। ਭਾਵ ਦਾ ਅਰਥ ਹੁੰਦਾ ਪ੍ਰੇਮ ਤੇ ਭਗਤੀ ਪਰਮਾਤਮਾ ਨੂੰ ਚੇਤੇ ਕਰਨਾ। ਜਿੱਦਾਂ ਆਪਾਂ ਦੇਖਦੇ ਹਾਂ ਸਾਰੀ ਧਰਤੀ 'ਤੇ ਕੋਈ ਨਾ ਕੋਈ ਗੁਰੂ ਦਾ ਪਿਆਰ ਵਾਲਾ ਭਗਤ ਮਿਲ ਜਾਂਦਾ ਹੈ, ਜਿਹੜਾ ਰੱਬ ਨੂੰ ਭਾਉ ਦੇ ਨਾਲ, ਭੈ ਦੇ ਨਾਲ, ਭਾਉ ਦੇ ਨਾਲ ਚੇਤੇ ਕਰਦਾ ਹੈ। ਉਸ ਸਮੇਂ ਕਹਿੰਦੇ ਅਜਿਹੇ ਹਾਲਾਤ ਬਣ ਚੁੱਕੇ ਸਨ ਕਿ ਜਗਤ ਵਿੱਚ ਭਾਉ ਭਗਤੀ ਬਿਲਕੁਲ ਖਤਮ ਹੋ ਗਈ ਸੀ। ਇਸ ਕਰਕੇ ਬਿਕੁਲ ਭਈ ਭੈ ਭੀਰ, ਤੇ ਧਰਤੀ ਜਿਹੜੀ ਸੀ ਬਿਕੁਲ ਹੋ ਗਈ, ਵਿਆਕੁਲ ਹੋ ਰਹੀ ਹੈ ਕਿ ਮੇਰੇ ਉੱਪਰ ਤਾਂ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਹੀ ਨਹੀਂ ਬਚਿਆ। ਚੌਪਈ ਏਕ ਓੰਕਾਰ ਆਰਾਧਨ ਕੀਨਾ, ਭਨਤ ਬੇਨਤੀ ਭਈ ਅਧੀਨਾ। ਫਿਰ ਕਹਿੰਦੇ ਉਹਨੇ ਧਰਤੀ ਨੇ ਏਕ ਓੰਕਾਰ ਦੇ ਅੱਗੇ ਆਰਾਧਨਾ ਕੀਤੀ ਕਿ ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਰਹਿਮ ਕਰੋ, ਇਸ ਧਰਤੀ 'ਤੇ ਕੋਈ ਰੱਬ ਦਾ ਪਿਆਰ ਵਾਲਾ ਭੇਜੋ। ਬੜੀ ਅਧੀਨ ਹੋਣ ਕੇ ਬੇਨਤੀ ਕੀਤੀ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਅੱਜ ਤੋਂ ਜਿਹੜਾ 550 ਸਾਲ ਦਾ ਸਮਾਂ ਹੈ, ਜਿਹਨੂੰ ਭਾਈ ਬਾਲਾ ਜੀ